ਅੱਛਾ ਜੀ ਜਨਾਬ, ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਜਾਣਾ ਪੂਰਨ ਭਗਤ ਦੇ ਖੂਹ ਤੇ ਇਹ ਜਿਹੜਾ ਨਾ ਤੁਹਾਨੂੰ ਸਾਹਮਣੇ ਨਜ਼ਰ ਪਿਆਉਂਦਾ ਸ਼ਿਵ ਜੀ ਦਾ ਮੰਦਿਰ ਹੈ। ਜਿਹੜੇ ਸ਼ਿਵ ਜੀ ਦੇ ਮੰਨਣ ਵਾਲੇ ਨਾ ਉਸ ਅਕੀਦੇ ਦੇ ਮੁਤਾਬਕ ਇਹ ਮੰਦਿਰ ਬਣਿਆ ਵੇ। ਔਰ ਇਹਦੇ ਨਾਲ ਅਗਰ ਉਹ ਸਾਹਮਣੇ ਤੁਹਾਨੂੰ ਨਜ਼ਰ ਆਂਦੀ ਪਈ ਤਾਂ ਪੂਰਨ ਭਗਤ ਦੀ ਖੂਹੀ ਉਹਨੂੰ ਕਿਹਾ ਜਾਂਦਾ ਹੈ। ਬਾਕੀ ਜਰਾ ਪਹਿਲਾਂ ਅਸੀਂ ਜਰਾ ਇਲਾਕਾ ਵੇਖ ਲਈਏ। ਮਤਲਬ ਜਿਹੜਾ ਡੇਰਾ ਜਿਹਾ ਬਣਿਆ ਹੈ, ਇੱਥੇ ਲੋਕ ਆਉਂਦੇ ਵੀ ਐਂਟਰ ਹੁੰਦਿਆਂ ਸਾਰੀ ਆ ਇੱਕ ਕਮਰਾ ਹੈ। ਇੱਥੇ ਇੱਕ ਬਾਬਾ ਜੀ ਵੀ ਮੌਜੂਦ ਹੁੰਦੇ ਨੇ ਤੇ ਉਹਨਾਂ ਆਪਣੇ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਹੈ। ਬੋਰਡ ਵਾਸ਼ਰੂਮ ਵਗੈਰਾ ਹੈ ਨੇ, ਬੋਰਡ ਵੀ ਇੱਥੇ ਹੈ ਵੇ। ਇਹ ਸਾਡੇ ਜ਼ਿਆ ਸਾਹਿਬ ਨੇ। ਦਮ ਸ਼ਮ ਕਰਾਉਣ ਲੋਕੀ ਆਉਂਦੇ ਨੇ ਸਾਹਿਬ, ਜਿਨ੍ਹਾਂ ਦੀ ਔਲਾਦ ਨਹੀਂ ਨਾ ਹੁੰਦੀ, ਮਾਲੂਮਾਤ ਤੇ ਇਜ਼ਾਫਾ ਕਰੋ, ਉਹ ਇੱਥੇ ਆ ਕੇ ਨਹਾਣ ਤੇ ਬੇ ਔਲਾਦ ਜੋੜੇ ਜਿਹੜੇ ਐਸੇ ਨੇ ਉਹਨਾਂ ਨੂੰ ਜਨਾਬ ਸ਼ਫਾ ਮਿਲਦੀ ਹੈ ਬਕੌਲ ਉਹਨਾਂ ਦੇ ਅਕੀਦੇ ਦੇ। ਔਰ ਲੋਕ ਆਉਂਦੇ ਵੀ ਨੇ। ਮਜ਼ੇ ਦੀ ਗੱਲ ਸੁਣੋ ਤੁਸੀਂ, ਬਸ ਤੁਹਾਨੂੰ ਪਤਾ ਹੈ ਕਿ ਸਾਡੇ ਮੁਆਸ਼ਰੇ 'ਚ ਸਭ ਤੋਂ ਵੱਡਾ ਮਸਲਾ ਹੀ ਔਲਾਦ ਹੈ। ਉਹਦੇ ਲਈ ਲੋਕ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਜਨਾਬ ਨੇ ਖੂਹ ਹੈ ਪੂਰਨ ਭਗਤ ਦਾ, ਬੰਦੇ ਵੀ ਨਹਾਉਂਦੇ ਨੇ। ਉਹਨਾਂ ਨੂੰ ਪੁੱਛਿਆ ਜਿਹੜੇ ਇੱਥੇ ਬੰਦੇ ਮੌਜੂਦ ਸਨ ਨਾ ਬਜ਼ੁਰਗ, ਉਹਨਾਂ ਕਹਾ ਤੁਸੀਂ ਨਹਾਣ ਆਏ ਹੋ, ਨਹਾਣ ਵਾਸਤੇ ਇੰਤਜ਼ਾਮ ਹੈ, ਬਾਲਟੀਆਂ ਉਹਨਾਂ ਦਾ ਮੰਦਰ ਹੈ। ਬਾਕੀ ਜਿਹੜਾ ਤਾਰੀਖ ਦੇ ਬਾਰੇ ਜਿਹੜਾ ਨਾ ਅਸੀਂ ਬਹਿ ਕੇ ਗੱਲ ਕਰਨੇ ਆ ਕਿ ਪੂਰੀ ਹਿਸਟਰੀ ਇਹਨਾਂ ਦੀ ਕੀ ਸੀ। ਪੁਰਾਣੀਆਂ ਇੱਟਾਂ ਤੋਂ ਇਹ ਹੀ ਜ਼ਾਹਰ ਹੁੰਦਾ ਕਿ ਇਲਾਕਾ ਜਗ੍ਹਾ ਜਿਹੜੀ ਹੈ ਨਾ ਕਾਫੀ ਅਰਸਾ ਪਹਿਲਾਂ ਦੀ ਤਮੀਰ ਕੀਤੀ ਹੋਈ ਹੈ। ਇਹ ਪੁਰਾਣੀਆਂ ਇੱਟਾਂ, ਜਾਮਨ, ਬੇਰੀ, ਇਹ ਦਰਖਤ ਲੱਗੇ ਨੇ। ਅੰਦਰ ਦੀ ਤਰਫ ਆਓ ਤੁਸੀਂ। ਜਿਹੜਾ ਨਾ ਸ਼ਿਵ ਜੀ ਦਾ ਮੰਦਿਰ ਹੈ, ਇਹ ਵੇਖਣ ਜਿਹੜੇ ਸ਼ਿਵ ਮੈਨੂੰ ਅੰਦਾਜ਼ਾ ਹੋ ਗਿਆ ਇਹਨੂੰ ਸ਼ਿਵ ਜੀ ਦਾ ਨਾ ਸ਼ਿਵਲਿੰਗ ਦਾ। ਤੁਸੀਂ ਇਹ ਮੰਦਿਰ ਵਿਖਾਓ ਸ਼ਿਵਰਾਂ ਦਾ ਕਿ ਇਹ ਆਰਤੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਦੀ ਇੱਥੇ ਸਾਰੀ ਨਾ। ਤਾਂ ਕੁਛ ਇੱਥੋਂ ਨਜ਼ਰ ਸਮਝ ਆਉਂਦੀ ਪਈ ਕਿ ਇਲਾਕੇ ਜਿਹੜਾ ਕੁਛ ਹਿੰਦੂ ਹੈ ਨੇ ਜਿਹੜੇ ਆਉਂਦੇ ਹੋਣਗੇ। ਬਹਿ ਜਾਓ ਫਿਰ, ਕੋਈ ਥੋੜੀ ਬਹੁਤੀ ਗੱਲਬਾਤ ਕਰ ਲਈਏ ਫਿਰ ਇਹਦੀ ਨਾ ਤਾਰੀਖ ਦੀ। ਅੱਛਾ ਜ਼ਿਆ ਸਾਹਿਬ ਤੋਂ ਅਸੀਂ ਨਾ ਹਿਸਟਰੀ ਦੱਸਣੀ ਸੀ, ਤੇ ਹਿਸਟਰੀ ਜਿਹੜੀ ਹੈ ਨਾ ਜ਼ਰਾ ਸ਼ਾਰਟ ਅਸਾਂ ਦੱਸਣੀ ਹੈ। ਤੇ ਹਿਸਟਰੀ ਦੇ ਵਿੱਚ ਜਿਹੜਾ ਸਿਆਲਕੋਟ ਦਾ ਰਾਜਾ ਸਲਵਾਨ ਸੀ, ਹਾਂਜੀ ਰਾਜਾ ਸਲਵਾਨ ਦਾ ਜ਼ਿਕਰ ਮਿਲਦਾ ਹੈ। ਬੇਟੇ ਦਾ ਨਾਂ ਜਿਹੜਾ ਸੀ ਨਾ ਉਹ ਪੂਰਨ ਸੀ। ਬੜਾ ਖੂਬਸੂਰਤ ਜਿਹਾ ਜਵਾਨ ਸੀ, ਖੂਬਸੂਰਤ ਜਵਾਨ ਸੀ। ਲੇਕਿਨ ਉਹਦੇ ਬਾਰੇ ਸਾਨੂੰ ਕਹਿੰਦੀ ਹੈ ਕਿ ਪੰਡਿਤਾਂ ਨੇ, ਕਿਉਂਕਿ ਉਹ ਖੁਦ ਵੀ ਹਿੰਦੂ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਬੱਚਾ ਜਿਹੜਾ ਨਾ 12 ਸਾਲ ਤੱਕ ਤੂੰ ਇਹਦਾ ਮੂੰਹ ਨਾ ਵੇਖ। ਅਗਰ ਤੂੰ 12 ਸਾਲ ਤੱਕ ਇਹਦਾ ਮੂੰਹ ਨਾ ਵੇਖੇਗਾ ਤੇ ਫਿਰ ਬੜਾ ਜ਼ਿੰਦਾ ਵੀ ਰਹੇਗਾ ਔਰ ਤੇਰੇ ਵਾਸਤੇ ਬਾਇਸ ਬਰਕਤ ਹੋਏਗਾ। ਲੇਕਿਨ ਅਗਰ ਪਹਿਲਾਂ ਵੇਖ ਲਿਆ ਤੇ ਫਿਰ ਜਿਹੜਾ ਨਾ ਉਹ ਮਸਾਇਲ ਹੋਣਗੇ। ਅੱਛਾ, ਉਹਨੂੰ ਜਨਾਬ ਕੁਛ ਕਨੀਜ਼ਾਂ ਨੂੰ ਪੈਸੇ ਚਾਰ ਦੇ ਕੇ ਉਹਦਾ ਖਾਣੇ ਪੀਣੇ ਦਾ ਇੰਤਜ਼ਾਮ ਦੇ ਕੇ ਡਿਊਟੀ ਵਾਸਤੇ ਉਹਨੂੰ ਇੱਕ ਜੰਗਲ ਦੇ ਕਰੀਬ ਨਾ ਉਹਦੀ ਪਰਵਰਿਸ਼ ਪਾਈ ਗਈ। ਉਹ ਜਨਾਬ ਕਹਿ ਲੋ ਕਿ 12 ਸਾਲ ਦੇ ਕਰਸਾ ਗੁਜ਼ਰ ਗਿਆ। ਰਾਜਾ ਸਲਵਾਨ ਜਿਹੜਾ ਨਾ ਉਹਨੇ ਉਹਦੀ ਸ਼ਕਲ ਸੂਰਤ ਨਹੀਂ ਸੀ ਵੇਖੀ। ਲੇਕਿਨ ਉਹ ਜਦੋਂ ਵਾਪਸ ਆਇਆ ਨਾ ਜਵਾਨ 12 ਸਾਲਾਂ ਉਹਦੇ ਵਾਪਸ ਜਾਣ ਤੋਂ ਪਹਿਲਾਂ ਨਾ ਰਾਜਾ ਸਲਵਾਨ ਨੇ ਇੱਕ ਹੋਰ ਸ਼ਾਦੀ ਵੀ ਕਰ ਲਈ ਸੀ। ਹਾਂਜੀ, ਤੇ ਇਹਦੀ ਕਿਉਂਕਿ ਜਿਹੜੀ ਵਾਲਦਾ ਸੀ ਇਹਦੀ ਮਾਂ ਸੀ, ਉਹਦਾ ਨਾਂ ਰਾਣੀ ਇਛਰਾ ਸੀ, ਤੇ ਜਿਹਦੇ ਨਾਂ ਤੋਂ ਇਹ ਲਾਹੌਰ ਦਾ ਇੱਕ ਮਸ਼ਹੂਰ ਇਲਾਕਾ ਇਛਰਾ ਵੀ ਹੈ। ਉਹ ਉਹਦੀ ਬੀਵੀ ਦਾ ਨਾਮ ਸੀ। ਵਾਪਸ ਗਿਆ ਸੀ ਉਸ ਤੋਂ ਪਹਿਲਾਂ ਨਾ ਰਾਜਾ ਸਲਵਾਨ ਨੇ ਨਾ ਇੱਕ ਸ਼ਾਦੀ ਕਰ ਚੁੱਕਿਆ ਸੀ ਜਿਹੜੀ ਇਹਦੀ ਸੌਤੇਲੀ ਮਾਂ ਸੀ। ਅੱਛਾ, ਜਿਹੜੀ ਉਹ ਜਦੋਂ ਵਾਪਸ ਗਿਆ ਇੱਕ ਖੂਬਸੂਰਤ ਜਵਾਨ ਬਣ ਗਿਆ। ਰਾਣੀ ਇਛਰਾ ਦਾ ਤਾਲੁਕ ਦੱਸਦੇ ਨੇ ਕਿ ਉਗੋਗੀ ਦੇ ਨਾਲ ਸੀ, ਸਿਆਲਕੋਟ ਦਾ ਇੱਕ ਇਲਾਕਾ। ਤੇ ਉਹ ਜਦੋਂ ਵਾਪਸ ਗਿਆ ਹੈ ਤੇ ਕਿਉਂਕਿ ਉਹ ਥੋੜਾ ਜਵਾਨ ਹੋ ਗਿਆ ਸੀ ਤੇ ਖੂਬਸੂਰਤ ਵੀ ਆਇਆ ਸੀ, ਤੇ ਉਹਦੀ ਜਿਹੜੀ ਸੌਤੇਲੀ ਮਾਂ ਸੀ ਨਾ ਉਹਨੂੰ ਉਹਦੇ ਨਾਲ ਪਿਆਰ ਹੋ ਗਿਆ। ਉਹਦਾ ਨਾਂ ਰਾਣੀ ਲੂਣਾ ਸੀ। ਰਾਣੀ ਲੂਣਾ, ਜਿਹਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ। ਲੂਣਾ ਕਿ ਰੂਨਾ? ਲੂਣਾ। ਅੱਛਾ, ਫਿਰ ਉਹਦੇ ਤੋਂ ਬਚਣ ਲਈ ਉਹਨੇ, ਕਿਉਂਕਿ ਉਹਦੀ ਖੁਆਇਸ਼ ਤੇ ਪੂਰਾ ਕਰਨ ਤੋਂ ਇਨਕਾਰ ਕੀਤਾ, ਤੇ ਉਹਨੇ ਇਨਕਾਰ ਕਰ ਦਿੱਤਾ ਤੇ ਉਹਨੇ ਉਹਦੇ ਤੇ ਇਲਜ਼ਾਮ ਲਾਇਆ ਕਿ ਮੇਰੀ ਇੱਜ਼ਤ ਲੁੱਟਣ ਲੱਗਾ। ਔਰ ਰਾਜਾ ਨੂੰ ਬੜਾ ਗੁੱਸਾ ਚੜਿਆ, ਉਹਨੂੰ ਕਤਲ ਕਰਨਾ ਚਾਹੁੰਦਾ ਸੀ। ਲੇਕਿਨ ਮੁਲਾਜ਼ਮ ਜਿਹੜੇ ਸਨ ਨਾ ਉਹਨਾਂ ਨੇ ਜਨਾਬ ਉਹਨੂੰ ਕਤਲ ਕਰਨ ਬਾਦਸ਼ਾਹ ਨੇ ਭੇਜਿਆ ਸੀ, ਮਗਰ ਉਹਨਾਂ ਨੂੰ ਲੱਤਾਂ ਬਾਹਾਂ ਉਹਦੀਆਂ ਤੋੜ ਕੇ ਇੱਕ ਖੂਹ ਜਿਹੜਾ ਸ਼ਿਵ ਜੀ ਦੇ ਮੰਦਿਰ ਦੇ ਕੋਲ ਖੂਹ ਸੀ ਨਾ ਉਹਦੇ ਵਿੱਚ ਸੁੱਟ ਦਿੱਤਾ। ਇਹ ਖੂਹ ਹੈ ਜਿਹੜਾ ਤੁਹਾਨੂੰ ਦਿਖਾਇਆ ਅੱਗੇ ਨਾ ਕਿ ਇਸ ਖੂਹ ਦੇ ਵਿੱਚ ਸੁੱਟਿਆ ਗਿਆ ਸੀ। ਉਹ ਸੁੱਟ ਦਿੱਤਾ ਹੀ, ਕੁਝ ਰਵਾਇਤਾਂ ਚ ਹੁੰਦਾ ਕਿ ਲਟਕਾ ਦਿੱਤਾ ਗਿਆ ਸੀ, ਤੇ ਇਸ ਖੂਹ ਦੇ ਵਿੱਚ ਨਾ ਪੂਰਨ ਜਿਹੜਾ ਸੀ ਉਹਨੂੰ ਲਟਕਾ ਦਿੱਤਾ ਗਿਆ ਸੀ। ਲੇਕਿਨ ਇਹ ਦਾਸਤਾਨਾਂ ਨੇ ਇਹਦਾ ਮੁਤਾਬਕ ਕੁਝ ਅਰਸੇ ਬਾਅਦ ਇੱਕ ਹਿੰਦੂ ਮਹਾਜੋਗੀ ਗੋਰਖਨਾਥ ਉਹ ਇੱਥੋਂ ਗੁਜ਼ਰੇ ਔਰ ਉਹ ਬੜੇ ਨੇਕ ਆਪਣੇ ਮਜ਼ਹਬੀ ਸਮਝਦੇ ਕਿ
ਉਹ ਸਿੱਖ ਧਰਮ ਦੇ ਕੋਈ ਜੋ ਗੁਰੂ ਸਨ, ਕਈ ਦਾਸਾਨਾਂ ਚ ਹਿੰਦੂ ਵੇ, ਠੀਕ ਹੈ। ਤੇ ਉਹਨਾਂ ਜਿਹੜਾ ਦੀ ਗੱਲ ਹੈ ਸਰ ਜੀ ਕਿ ਇੰਨਾ ਅਰਸਾ ਪੂਰਨ ਸਿੰਘ ਖੂਹ ਚ ਰਿਹਾ ਬਗੈਰ ਖਾਦਿਆਂ ਪੀਤਿਆਂ, ਉਹ ਜ਼ਿੰਦਾ ਵੀ ਰਿਹਾ, ਉਹ ਉਸੇ ਦਿਨ ਤੇ ਨਹੀਂ ਲੱਭ ਗਿਆ, ਕਾਫੀ ਅਰਸਾ ਰਿਹਾ ਬਕੋਲ ਕਹਾਣੀਆਂ ਦੇ। ਔਰ ਦੂਸਰੀ ਗੱਲ ਹੈ ਕਿ ਉਹਨਾਂ ਨੇ ਉਹਦੀ ਆਹੋ ਪ੍ਰਕਾਸ਼ ਸੁਣ ਕੇ ਨਾ ਜਨਾਬ ਤੇ ਆਪਣੀ ਕਰਾਮਤ ਦੇ ਜ਼ਰੀਏ ਉਹਨੂੰ ਨਿਕਾਲ ਕੇ ਤੇ ਹੋਰ ਮਜ਼ੇ ਦੀ ਗੱਲ ਜਿਹੜੀ ਹੈ ਉਹਦੇ ਹੱਥ ਪਾਉ ਜੋੜ ਦਿੱਤੇ। ਹਾਂ ਠੀਕ ਹੈ ਜੀ, ਇਹ ਵਾਲੀ ਰਵਾਇਤ ਦੇ ਮੁਤਾਬਿਕ ਨਾ ਕਈ ਰਵਾਇਤਾਂ 'ਚ ਇਹ ਹੁੰਦਾ ਕਿ ਸਿੱਖ ਗੁਰੂ ਦੇ ਕੋਈ ਗੁਰੂ ਸਨ, ਸਿੱਖ ਧਰਮ ਦੇ ਕੋਈ ਗੁਰੂ ਸਨ, ਉਹਨਾਂ ਕੱਢਿਆ ਸੀ। ਤੇ ਰੋੜਸ ਦੇ ਨਾਲ ਵੀ ਤਲਕ ਕਿ ਜਿਹੜੀ ਰਾਣੀ ਸੁੰਦਰਾ ਸੀ, ਉਹਨੂੰ ਇਹਦੇ ਨਾਲ ਇਹ ਦੋਵੇਂ ਆਪਸ 'ਚ ਪਿਆਰ ਕਰਨ ਲੱਗ ਪਏ ਸਨ। ਇਹ ਵੀ ਮੈਂ ਇੱਕ ਰਵਾਇਤ ਸੁਣੀ ਹੈ। ਹਾਂ, ਇਹਦਾ ਉਹਦੇ ਨਾਲ ਤਾਲੁਕ ਜੋੜਦੇ ਹੈ ਨੇ। ਤੇ ਲੇਕਿਨ ਦੂਸਰੀ ਜਿਹੜੀ ਤੁਸੀਂ ਰਵਾਇਤ ਦੱਸ ਰਹੇ ਹੋ, ਉਹ ਹਿੰਦੂ ਧਰਮ ਦੇ ਕੋਈ ਗੁਰੂ ਸਨ, ਉਹਨਾਂ ਪੂਰਨ ਨੂੰ ਇਸ ਖੂਹ ਦੇ ਵਿੱਚੋਂ ਕੱਢਿਆ ਸੀ। ਇਹਨੂੰ ਜਨਾਬ ਇੱਕ ਨਾ ਗੁਜਰਾਤ ਦੇ ਕੋਲ ਇੱਕ ਇਲਾਕਾ ਹੈ, ਗੁਜਰਾਤ ਨਹੀਂ, ਉਹ ਜੇਲਮ ਦੇ ਕੋਲ ਉੱਥੇ ਨਾ ਜੋਗੀਆਂ ਕਿਲਾ ਰੋਹਤਾਸ ਤੇ ਥੋੜਾ ਜਿਹਾ ਅੱਗੇ ਜਾ ਕੇ ਹੁੰਦਾ, ਉੱਥੇ ਨੂੰ ਲੈ ਗਏ ਸਨ ਆਪਣੇ ਨਾਲ, ਉੱਥੇ ਪੂਰਨ ਨੂੰ ਲੈ ਗਏ ਸਨ ਤੇ ਉੱਥੋਂ ਫਿਰ ਫੈਜ਼ ਯਾਬ ਹੋਇਆ। ਕਹਿ ਲੋ ਉਹਨੂੰ ਵੀ, ਉਹ ਵੀ ਪੀਰ ਬਣ ਵੀ ਜੋਗੀ ਜੋਗ ਅਪਣਾ ਲਿਆ ਸੀ ਪੂਰਨ ਨੇ। ਉਹ ਜਿਹੜੀ ਬਾਦਸ਼ਾਹ ਸੀ ਨਾ, ਕਿਉਂਕਿ ਸਿਆਲਕੋਟ ਉਸ ਦੌਰ ਦੇ ਵਿੱਚ ਇੱਕ ਵੱਡੀ ਸਲਤਨਤ ਸਮਝਿਆ ਜਾਂਦਾ ਸੀ, ਪੁਰਾਣੀ ਸਲਤਨਤ ਸੀ। ਤੇ ਉਹ ਬਾਦਸ਼ਾਹ ਨੂੰ ਉਹਨੇ ਛੱਡ ਕੇ ਨਾ ਜੋਗ ਨੂੰ ਅੱਛਾ ਪ੍ਰੈਫਰ ਕੀਤਾ। ਨਾ ਗੱਲਾਂ ਨੇ ਵੇਖੋ ਨਾ, ਤਕਦੀਰ ਦੀ ਹੇਰ ਫੇਰ ਕੈਸੀ ਹੋਈ ਕਿ ਉਹ ਜਨਾਬ ਜਿਹੜੀ ਰਾਣੀ ਲੋਨਾ ਸੀ ਨਾ, ਉਹਦੇ ਘਰ ਔਲਾਦ ਨਹੀਂ ਸੀ, ਰਾਜਾ ਦੇ ਵਿੱਚ ਹੋਈ ਹੈ। ਤੇ ਕਿਸੇ ਨੇ ਦੱਸਿਆ ਜੀ ਉੱਥੇ ਸ਼ਿਵ ਜੀ ਦੇ ਮੰਦਿਰ ਕੋਲ ਇੱਕ ਖੂਹ ਹੈ, ਉੱਥੇ ਜਾਓ, ਉੱਥੇ ਇੱਕ ਜੋਗੀ ਹੈ, ਕਿਉਂਕਿ ਉਹ ਇੱਥੇ ਆ ਚੁੱਕਿਆ ਸੀ ਪੂਰਨ ਸਿੰਘ ਜਿਹੜਾ ਨਾ, ਤੇ ਉਹਦੇ ਕੋਲ ਜਾਓ। ਸਿਰਫ ਪੂਰਨ ਸਿੰਘ ਨਹੀਂ, ਅੱਛਾ ਪੂਰਨ ਭਗਤ ਉਹ ਆ ਗਿਆ ਸੀ, ਤੇ ਉਹਦੇ ਕੋਲ ਜਾਓ। ਉਹ ਆਈ ਇੱਥੇ, ਉਹਨਾਂ ਨੂੰ ਵੇਖ ਕੇ ਪਹਿਚਾਨ ਲਿਆ ਤੇ ਮਾਫੀ ਮੰਗੀ। ਉਹ ਹੀ ਹੈ ਕਿ ਜਿਹਦੇ ਨਾਲ ਪਿਆਰ ਕਰਦੀ ਸੀ, ਵਿਆਹ ਕਰਨਾ ਚਾਹੁੰਦੀ, ਮਾਂ ਸੀ ਉਹਦੀ ਸੌਤੇਲੀ। ਫਿਰ ਉਹਨੇ ਮਾਫੀ ਵੀ ਮੰਗੀ, ਰਾਜਾ ਨੇ ਜਿਹੜਾ ਸੀ ਨਾ ਪੂਰਨ ਭਗਤ, ਉਹਨੇ ਨੂੰ ਮਾਫ ਕਰਕੇ ਉਹਨੇ ਕਿਹਾ ਵਾਪਸ ਆ ਜਾ। ਉਹਨੇ ਕਿਹਾ ਮੈਂ ਵਾਪਸ ਨਹੀਂ ਆਣਾ। ਲੇਕਿਨ ਇਹ ਵੇਖੋ ਕਰਾਮਤ ਕਿ ਉਹਦੇ ਚ ਫਿਰ ਉਹਦੀ ਔਲਾਦ ਹੋਈ, ਜਿਹੜੀ ਪਹਿਲੇ ਔਲਾਦ ਨਹੀਂ ਸੀ ਨਾ ਉਹਦੇ ਚ ਹੋਈ, ਜਿਸ ਤਰ੍ਹਾਂ ਸਾਨੂੰ ਗੱਲਾਂ ਪਤਾ ਮਿਲਦੀਆਂ। ਉਹਦੇ ਇੱਕ ਇਹ ਅੱਜ ਦਾ ਸਾਡਾ ਐਕਸਪਲੋਰ ਕਰਨ ਵਾਲਾ ਹੈ ਨਾ ਜਿਹੜਾ ਪੂਰਨ ਭਗਤ ਦਾ ਖੂਹ ਸੀ। ਵੇਖਦੇ ਰਹੋ ਸੋਸ਼ਲ ਡਾਇਰੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ